ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਭਾਈ ਤਿਲਕਾ ਜੀ। ਭਾਈ ਤਿਲਕਾ ਜੀ ਨੂੰ ਵਾਰ-ਵਾਰ ਸਵਰਗ ਦੀ ਪ੍ਰਾਪਤੀ ਦਾ ਦਿੱਤਾ ਗਿਆ ਲਾਲਚ ਵੀ ਉਹਨਾਂ ਨੂੰ ਗੁਰਮਤਿ ਦੇ ਫਲਸਫੇ ਤੋਂ ਡੇਗ ਨਾ ਸਕਿਆ, ਸਗੋਂ ਸਵਰਗ ਦਾ ਲਾਲਚ ਦੇਣ ਵਾਲੇ ਪਖੰਡੀ ਆਪ ਹਾਰ ਕੇ ਭਾਈ ਜੀ ਦੇ ਚਰਨਾਂ ਉੱਤੇ ਢਹਿ ਪਏ। ਭਾਈ ਤਿਲਕਾ ਜੀ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਾਸੀ ਸਨ। ਉਹਨਾਂ ਗੁਰੂ ਅਰਜਨ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਸਿੱਖੀ ਦੀ ਕਰੜੀ ਘਾਲਣਾ ਘਾਲੀ। ਆਪ ਜੀ ਗੁਰਮਤਿ ਦੀ ਕਮਾਈ ਨੂੰ ਮੁੱਖ ਰੱਖਦਿਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪ੍ਰਚਾਰ ਕਰਨ ਦੀ ਸੇਵਾ ਸੌਂਪੀ। ਭਾਈ ਸਾਹਿਬ ਜੀ ਨੇ ਉਸ ਇਲਾਕੇ ਵਿੱਚ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਸਾਰੇ ਇਲਾਕੇ ਦੇ ਲੋਕ ਭਾਈ ਸਾਹਿਬ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਸਨ। ਉਸੇ ਇਲਾਕੇ ਵਿੱਚ ਇੱਕ ਬੜੀ ਵਡੇਰੀ ਉਮਰ ਦਾ ਜੋਗੀ ਰਹਿੰਦਾ ਸੀ, ਜੋ ਆਪਣੇ ਪਖੰਡ ਦੁਆਰਾ ਲੋਕਾਂ ਦਾ ਧਾਰਮਿਕ ਤੇ ਆਰਥਿਕ ਪੱਖੋਂ ਸ਼ੋਸ਼ਣ ਕਰ ਰਿਹਾ ਸੀ। ਭਾਈ ਸਾਹਿਬ ਜੀ ਦੇ ਪ੍ਰਚਾਰ ਸਦਕਾ ਲੋਕ ਭਰਮਾਂ ਭੁਲੇਖਿਆਂ ਵਿੱਚੋਂ ਨਿਕਲ ਕੇ ਸੱਚ ਦੇ ਮਾਰਗ ਉੱਤੇ ਚੱਲਣ ਲੱਗੇ। ਇਸ ਕ੍ਰਾਂਤੀ ਨਾਲ ਲੋਕਾਂ ਵਿੱਚ ਜੋਗੀ ਦਾ ਆਦਰ ਸਤਿਕਾਰ ਘਟ ਗਿਆ ਅਤੇ ਪਖੰਡ ਦੁਆਰਾ ਉਸ ਦਾ ਚੰਗਾ ਚੱਲ ਰਿਹਾ ਹਲਵਾ ਮੰਡਾ ਬੰਦ ਹੋ ਗਿਆ, ਜਿਸ ਕਾਰਨ ਉਹ ਜੋਗੀ ਤਿਲਕਾ ਜੀ ਨਾਲ ਬੜਾ ਈਰਖਾ ਕਰਨ ਲੱਗ ਪਿਆ। ਲੋਕਾਂ ਉੱਤੇ ਆਪਣਾ ਪ੍ਰਭਾਵ ਕਾਇਮ ਕਰਨ ਲਈ ਉਹ ਕਈ ਤਰ੍ਹਾਂ ਦੇ ਯਤਨ ਕਰਦਾ ਰਹਿੰਦਾ, ਪਰ ਗੁਰਮਤਿ ਦੇ ਗਿਆਨ ਅੱਗੇ ਉਸਦੇ ਪਖੰਡਾਂ ਦੀ ਕੋਈ ਪੇਸ਼ ਨਾ ਜਾਂਦੀ। ਇੱਕ ਵਾਰੀ ਜੋਗੀ ਨੇ ਇੱਕ ਨਵਾਂ ਪ੍ਰਪੰਚ ਰਚਿਆ। ਉਸਨੇ ਆਪਣੇ ਚੇਲਿਆਂ ਰਾਹੀਂ ਸਾਰੇ ਇਲਾਕੇ ਵਿੱਚ ਇਹ ਖਬਰ ਫੈਲਾ ਦਿੱਤੀ ਕਿ ਉਸ ਨੂੰ ਰਾਤੀ ਸ਼ਿਵ ਜੀ ਦੇ ਦਰਸ਼ਨ ਹੋਏ ਹਨ ਤੇ ਸ਼ਿਵ ਜੀ ਨੇ ਉਸ ਨੂੰ ਵਰਦਾਨ ਦਿੱਤਾ ਹੈ ਕਿ ਜੋ ਵੀ ਪ੍ਰਾਣੀ ਉਸ ਦੇ ਦਰਸ਼ਨ ਕਰੇਗਾ ਉਸ ਨੂੰ 1 ਸਾਲ ਲਈ ਸਵਰਗ ਦੀ ਪ੍ਰਾਪਤੀ ਹੋਵੇਗੀ। ਸਾਰੇ ਇਲਾਕੇ ਵਿੱਚ ਇਸ ਗੱਲ ਦੀ ਧੂਮ ਪੈ ਗਈ। ਕੁਝ ਭੋਲੇ ਭਾਲੇ ਲੋਕ ਉਸ ਦੇ ਪਖੰਡ ਵਿੱਚ ਫਸ ਕੇ ਉਸ ਦੇ ਡੇਰੇ ਉੱਤੇ ਉਸ ਦੇ ਦਰਸ਼ਨ ਕਰਨ ਲਈ ਆਉਣ ਲੱਗ ਪਏ। ਇਸ ਤਰ੍ਹਾਂ ਜੋਗੀ ਦੀ ਫਿਰ ਤੋਂ ਚੰਗੀ ਮਾਨਤਾ ਹੋਣ ਲੱਗ ਪਈ ਅਤੇ ਭੇਟ ਆਦਿ ਚੜ੍ਹਨ ਲੱਗੀ। ਜੋਗੀ ਨੇ ਭਾਈ ਤਿਲਕਾ ਜੀ ਨੂੰ ਵੀ ਆਪਣੇ ਚੁੰਗਲ ਦੇ ਵਿੱਚ ਫਸਾਉਣ ਲਈ ਆਪਣੇ ਚੇਲੇ ਉਹਨਾਂ ਪਾਸ ਭੇਜੇ ਕਿ ਉਹ ਵੀ ਆ ਕੇ ਜੋਗੀ ਦੇ ਦਰਸ਼ਨ ਕਰਕੇ ਸਵਰਗ ਦੀ ਪ੍ਰਾਪਤੀ ਕਰ ਲਵੇ। ਪਰ ਗੁਰਮਤਿ ਗਿਆਨ ਦੇ ਗੂੜ ਵਿੱਚ ਗਿਆਤਾ ਭਾਈ ਤਿਲਕਾ ਜੀ ਜੋਗੀ ਦੇ ਪਖੰਡ ਨੂੰ ਜਾਣਦੇ ਸਨ ਤੇ ਉਹ ਉਹਨਾਂ ਦੇ ਝਾਂਸੇ ਵਿੱਚ ਨਾ ਆਏ। ਜੋਗੀ ਨੇ ਫਿਰ ਦੂਜੀ ਵਾਰ ਸੁਨੇਹਾ ਭੇਜਿਆ ਕਿ ਭਾਈ ਸਾਹਿਬ ਜੀ ਤੁਸੀਂ ਵੀ ਦਰਸ਼ਨ ਕਰ ਲਵੋ। ਮੈਂ ਨਹੀਂ ਚਾਹੁੰਦਾ ਕਿ ਆਪ ਜੈਸੇ ਮਹਾਂਪੁਰਖ ਬੈਕੁੰਠ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਣ। ਭਾਈ ਤਿਲਕਾ ਜੀ ਤਾਂ ਜਾਣਦੇ ਸਨ ਕਿ ਜੋਗੀ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਪਖੰਡ ਕਰ ਰਿਹਾ ਹੈ। ਭਾਈ ਸਾਹਿਬ ਜੀ ਦੇ ਨਾ ਆਉਣ ਉੱਤੇ ਜੋਗੀ ਨੇ ਫਿਰ ਦੁਬਾਰਾ ਸੁਨੇਹਾ ਭੇਜਿਆ ਤੇ ਲਾਲਚ ਦਿੱਤਾ ਕਿ ਹੁਣ ਜੋ ਉਸ ਦੇ ਦਰਸ਼ਨ ਕਰੇਗਾ ਉਸ ਨੂੰ 2 ਸਾਲਾਂ ਲਈ ਸਵਰਗ ਦੀ ਪ੍ਰਾਪਤੀ ਹੋਵੇਗੀ। ਪਰ ਭਾਈ ਸਾਹਿਬ ਜੀ ਉੱਤੇ ਕੋਈ ਅਸਰ ਨਾ ਹੋਇਆ ਤੇ ਉਹਨਾਂ ਨੂੰ ਜੋਗੀ ਦੀ ਇਸ ਦਸ਼ਾ ਉੱਤੇ ਤਰਸ ਵੀ ਆਇਆ। ਕਈ ਸੁਨੇਹੇ ਭੇਜਣ ਤੋਂ ਬਾਅਦ ਵੀ ਜਦੋਂ ਭਾਈ ਸਾਹਿਬ ਜੀ ਨਾ ਆਏ ਤਾਂ ਆਖਰ ਜੋਗੀ ਆਪ ਚੱਲ ਕੇ ਭਾਈ ਸਾਹਿਬ ਜੀ ਨੂੰ ਦਰਸ਼ਨ ਦੇਣ ਲਈ ਉਹਨਾਂ ਕੋਲ ਆ ਗਿਆ। ਰਾਹੋਂ ਭੁੱਲੇ ਬਹੁਤ ਸਾਰੇ ਲੋਕ ਅਤੇ ਉਸਦੇ ਚੇਲੇ ਵੀ ਨਾਲ ਸਨ। ਭਾਈ ਤਿਲਕਾ ਜੀ ਨੂੰ ਪਤਾ ਲੱਗਾ ਕਿ ਜੋਗੀ ਉਹਨਾਂ ਦੇ ਕੋਲ ਆ ਰਿਹਾ ਹੈ। ਉਹਨਾਂ ਨੇ ਅੰਦਰ ਵੜ ਕੇ ਦਰਵਾਜ਼ਾ ਬੰਦ ਕਰ ਲਿਆ। ਜੋਗੀ ਨੇ ਆ ਕੇ ਦਰਵਾਜ਼ਾ ਖੜਕਾਇਆ, ਪਰ ਭਾਈ ਸਾਹਿਬ ਜੀ ਨੇ ਦਰਵਾਜ਼ਾ ਨਾ ਖੋਲ੍ਹਿਆ। ਜੋਗੀ ਬਾਹਰੋਂ ਹੀ ਉੱਚੀ ਉੱਚੀ ਆਖਣ ਲੱਗਾ, ਭਾਈ ਜੀ ਤੁਸੀਂ ਤਾਂ ਹਉਮੈ ਅਧੀਨ ਆਪਣੀ ਜਿੱਦ ਕਰਕੇ ਮੇਰੇ ਕੋਲ ਨਹੀਂ ਆਏ, ਪਰ ਮੈਂ ਪਰਉਪਕਾਰ ਹਿਤਾਪ ਚੱਲ ਕੇ ਤੁਹਾਡੇ ਕੋਲ ਆਇਆ ਹਾਂ। ਤੁਸੀਂ ਹੁਣ ਬਾਹਰ ਆਓ ਤੇ ਮੇਰੇ ਦਰਸ਼ਨ ਕਰਕੇ ਸਵਰਗ ਦੇ ਅਧਿਕਾਰੀ ਬਣੋ। ਭਾਈ ਸਾਹਿਬ ਜੀ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਕਿ ਕਿਹਾ, ਮੈਂ ਤੇਰੇ ਵਰਗੇ ਪਖੰਡੀ ਦੀ ਸ਼ਕਲ ਦੇਖਣ ਲਈ ਤਿਆਰ ਨਹੀਂ। ਤੂੰ ਇਹੋ ਜਿਹੇ ਪਖੰਡਾਂ ਨਾਲ ਸਵਰਗ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਪ੍ਰਭੂ ਵੱਲੋਂ ਦੁਰਕਾਰੇ ਚਾਹੀਦਾ ਹੈ। ਨਾਲੇ ਸਾਡਾ ਨਿਸ਼ਾਨਾ ਸਵਰਗ ਦੀ ਪ੍ਰਾਪਤੀ ਕਰਨਾ ਨਹੀਂ ਹੈ। ਅਸੀਂ ਤਾਂ ਆਪਣੇ ਗੁਰੂ ਦੇ ਚਰਨਾਂ ਤੋਂ ਕਈ ਸਵਰਗ ਵਾਰ ਦਿੱਤੇ ਹਨ। ਸਾਡਾ ਨਿਸ਼ਾਨਾ ਤਾਂ ਪ੍ਰਭੂ ਭਗਤੀ ਦੁਆਰਾ ਉਸ ਵਿੱਚ ਲੀਨ ਹੋਣਾ ਹੈ, ਨਾ ਕਿ ਕਿਸੇ ਅਖੌਤੀ ਸਵਰਗ ਦੀ ਪ੍ਰਾਪਤੀ ਕਰਨਾ। ਭਾਈ ਸਾਹਿਬ ਜੀ ਦੇ ਬਚਨ ਸੁਣ ਕੇ ਜੋਗੀ ਦੇ ਮਨ ਨੂੰ ਭਾਰੀ ਚੋਟ ਲੱਗੀ ਤੇ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਸੋਚਣ ਲੱਗ ਪਿਆ ਕਿ ਇਹੋ ਜਿਹੇ ਸਿੱਖ ਹਨ ਜੋ ਆਪਣੇ ਗੁਰੂ ਦੇ ਬਚਨਾਂ ਨੂੰ ਹੀ ਸਭ ਤੋਂ ਉੱਤਮ ਸਮਝਦੇ ਹਨ ਤੇ ਹੋਰ ਕਿਸੇ ਵੀ ਭਰਮ ਭੁਲੇਖੇ ਵਿੱਚ ਨਹੀਂ ਪੈਂਦੇ। ਉਹ ਸੋਚਣ ਲੱਗਾ ਕਿ ਇਹਨਾਂ ਦਾ ਗੁਰੂ ਕਿੰਨੀ ਉੱਚੀ ਅਵਸਥਾ ਦਾ ਮਾਲਕ ਹੋਵੇਗਾ, ਜਿਸ ਨੇ ਇਹੋ ਜਿਹੇ ਸਿੱਖ ਪੈਦਾ ਕੀਤੇ ਹਨ ਤੇ ਜਿਨ੍ਹਾਂ ਨੇ ਸਾਡੇ ਦੁਆਰਾ ਲੋਕਾਂ ਵਿੱਚ ਪਾਏ ਹੋਏ ਭਰਮ ਭੁਲੇਖਿਆਂ ਤੋਂ ਆਪਣੇ ਆਪ ਨੂੰ ਇੰਨਾ ਉੱਚਾ ਚੁੱਕ ਲਿਆ ਹੈ ਕਿ ਸਾਡੇ ਦੁਆਰਾ ਦਿੱਤੇ ਗਏ ਕਿਸੇ ਵੀ ਲਾਲਚ ਵਿੱਚ ਨਹੀਂ ਫਸਦੇ ਤੇ ਪਰਉਪਕਾਰ ਹਿੱਤ ਲੁਕਾਈ ਨੂੰ ਵੀ ਕਰਮਕਾਂਡਾਂ ਵਿੱਚੋਂ ਬਾਹਰ ਕੱਢਦੇ ਹਨ। ਜੋਗੀ ਬੜਾ ਪ੍ਰਭਾਵਿਤ ਹੋਇਆ ਤੇ ਹਾਰ ਕੇ ਜੋਗੀ ਨੇ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦਾ ਵਾਸਤਾ ਪਾਉਂਦਿਆਂ ਹੋਇਆਂ ਬੇਨਤੀ ਕੀਤੀ, ਭਾਈ ਸਾਹਿਬ ਜੀ ਬੂਹਾ ਖੋਲ੍ਹੋ, ਹੁਣ ਮੈਂ ਤੁਹਾਨੂੰ ਦਰਸ਼ਨ ਦੇਣਾ ਨਹੀਂ ਚਾਹੁੰਦਾ, ਸਗੋਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ। ਤੁਸੀਂ ਜਿਸ ਗੁਰੂ ਤੋਂ
ਇੰਨੀ ਉੱਚੀ ਅਵਸਥਾ ਪ੍ਰਾਪਤ ਕਰ ਚੁੱਕੇ ਹੋ। ਮੈਂ ਉਸ ਮਹਾਨ ਗੁਰੂ ਦੇ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ। ਇਹ ਸੁਣ ਕੇ ਭਾਈ ਤਿਲਕਾ ਜੀ ਨੇ ਦਰਵਾਜ਼ਾ ਖੋਲ੍ਹਿਆ। ਜੋਗੀ ਭਾਈ ਸਾਹਿਬ ਜੀ ਦੇ ਚਰਨਾਂ ਉੱਤੇ ਢਹਿ ਪਿਆ ਤੇ ਆਖਣ ਲੱਗਾ, ਭਾਈ ਸਾਹਿਬ ਜੀ, ਆਪ ਵਿੱਚ ਇਹ ਦ੍ਰਿੜਤਾ ਕਿਵੇਂ ਪੈਦਾ ਹੋਈ? ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਲੋਕਾਂ ਨੂੰ ਠੱਗ ਰਿਹਾ ਹਾਂ? ਦੁਨੀਆ ਸਵਰਗ ਪ੍ਰਾਪਤੀ ਲਈ ਤਰਲੇ ਲੈਂਦੀ ਹੈ ਤੇ ਕਈ ਦਾਨ ਪੁੰਨ ਕਰਦੀ ਹੈ, ਪਰ ਤੁਸੀਂ ਸਵਰਗ ਦੀ ਪਰਵਾਹ ਕਿਉਂ ਨਹੀਂ ਕਰਦੇ? ਭਾਈ ਸਾਹਿਬ ਜੀ ਨੇ ਜਵਾਬ ਦਿੱਤਾ, ਨਾਥ ਜੀ, ਮੈਂ ਪੂਰਨ ਗੁਰੂ ਦਾ ਸਿੱਖ ਹਾਂ ਤੇ ਮੇਰੇ ਗੁਰੂ ਦਾ ਉਪਦੇਸ਼ ਹੈ ਕਿ ਕਿਸੇ ਨੂੰ ਆਪਣੇ ਸਵਾਰਥ ਖਾਤਰ ਧੋਖਾ ਦੇਣਾ ਬਹੁਤ ਵੱਡਾ ਪਾਪ ਹੈ। ਮਨ ਦੀ ਸ਼ਾਂਤੀ ਪ੍ਰਾਪਤ ਕਰਨ ਦਾ ਢੰਗ ਉਸ ਦੀ ਬਣਾਈ ਦੁਨੀਆ ਦੀ ਸੇਵਾ ਕਰਨਾ ਹੈ। ਮਨੁੱਖਤਾ ਨਾਲ ਪਿਆਰ ਕਰਨਾ ਤੇ ਪ੍ਰਭੂ ਦਾ ਸਿਮਰਨ ਕਰਨਾ ਹੀ ਅਸਲੀ ਧਰਮ ਹੈ। ਭਾਈ ਸਾਹਿਬ ਜੀ ਨੇ ਸਵਰਗ ਬਾਰੇ ਗੁਰਮਤਿ ਦੇ ਵਿਚਾਰ ਦੱਸਦਿਆਂ ਕਿਹਾ, ਭਾਵ ਨਰਕ ਕੀ ਤੇ ਵਿਚਾਰਾਂ ਸਵਰਗ ਕੀ। ਗੁਰਸਿੱਖਾਂ ਨੇ ਦੋਵੇਂ ਹੀ ਰੱਦ ਕਰ ਦਿੱਤੇ ਹਨ, ਕਿਉਂਕਿ ਗੁਰਸਿੱਖ ਆਪਣੇ ਗੁਰੂ ਦੀ ਕਿਰਪਾ ਨਾਲ ਸਵਰਗ ਅਤੇ ਨਰਕ ਕਿਸੇ ਦੇ ਵੀ ਮੁਹਤਾਜ ਨਹੀਂ ਹਨ। ਭਾਈ ਜੀ ਨੇ ਕਿਹਾ, ਜੋਗੀ ਜੀ, ਸਾਡੇ ਲਈ ਸੱਚੇ ਮਨ ਨਾਲ ਵਾਹਿਗੁਰੂ ਦਾ ਸਿਮਰਨ ਕਰਕੇ ਆਤਮਿਕ ਸੁੱਖ ਨੂੰ ਪ੍ਰਾਪਤ ਕਰ ਲੈਣਾ ਹੀ ਸਵਰਗ ਹੈ। ਗੁਰੂ ਦੇ ਚਰਨਾਂ ਨਾਲ ਜੁੜ ਕੇ ਜਿਉਂਦਿਆਂ ਜੀ ਮੁਕਤੀ ਪ੍ਰਾਪਤ ਕਰ ਲੈਣੀ ਕਲਪਿਤ ਸਵਰਗ ਨਾਲੋਂ ਕਿਤੇ ਵੱਡਾ ਸੁੱਖ ਹੈ। ਭਾਈ ਸਾਹਿਬ ਜੀ ਦੇ ਅਜਿਹੇ ਵਚਨ ਸੁਣ ਕੇ ਜੋਗੀ ਬੜਾ ਪ੍ਰਭਾਵਿਤ ਹੋਇਆ ਤੇ ਆਖਣ ਲੱਗਾ ਕਿ ਮੈਨੂੰ ਵੀ ਅਜਿਹੇ ਸਮਰੱਥ ਗੁਰੂ ਦੇ ਦਰਸ਼ਨ ਕਰਵਾਓ ਜਿਸ ਨੇ ਤੁਹਾਨੂੰ ਐਸਾ ਉੱਤਮ ਗਿਆਨ ਬਖਸ਼ਿਆ ਹੈ। ਭਾਈ ਸਾਹਿਬ ਜੀ ਦੇ ਇਲਾਕੇ ਦੀਆਂ ਕੁਝ ਹੋਰ ਸੰਗਤ ਅਤੇ ਜੋਗੀ ਨੂੰ ਨਾਲ ਲੈ ਕੇ ਗੁਰੂ ਦਰਬਾਰ ਵਿੱਚ ਆਏ। ਜੋਗੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਤੇ ਨਿਹਾਲ ਹੋਇਆ ਤੇ ਗੁਰੂ ਜੀ ਤੋਂ ਗੁਰਮਤਿ ਗਿਆਨ ਦ੍ਰਿੜ ਕਰਕੇ ਵਾਪਸ ਗੜ੍ਹਸ਼ੰਕਰ ਆ ਗਿਆ।